कैप्टन अमरिंदर सिंह कहता है डिसीजन ऑफ स्क्रैपिंग मत्तेवाड़ा टेक्सटाइल प्रोजेक्ट रिग्रेसिव एंड शॉर्ट साइडेड. When Punjab is reeling under such financial crisis and investments are not coming, such a regressive decision will further discourage the industry from coming here. ਮੱਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਦੀ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਅਮਰਿੰਦਰ ਨੇ ਉਹਦੇ 'ਚ ਵੀ ਪੈਸੇ ਖਾਦੇ ਹੋਣਗੇ ਅਮਿਤ ਸ਼ਾਹ ਦੇ ਔਰ ਦੂਜੇ ਅਜੀਤ ਡੋਵਲ ਨਾਲ ਰਲ ਕੇ ਜੋ ਵੀ ਇਹਦੇ ਵੇਲੇ ਹੀ ਅਪਰੂਵ ਹੋਇਆ. ਭਗਵੰਤ ਮਾਨ ਅਮਰਿੰਦਰ ਦੇ ਵੇਲੇ ਆਪੋਜੀਸ਼ਨ 'ਚ ਬੈਠਾ ਸੀ ਜਾ ਕੇ ਉੱਥੇ ਜਿਹੜੇ ਵਿਰੋਧ ਪ੍ਰਦਰਸ਼ਨ ਹੋਏ ਲੇਕਿਨ ਇੰਨਾ ਕੁ ਦਬਾਅ ਬਣ ਗਿਆ ਲੋਕ ਇਕੱਠੇ ਹੋਏ ਔਰ ਉਹਨਾਂ ਨੂੰ ਲੱਗਾ ਵੀ ਇਹ ਤਾਂ ਇਸ਼ੂ ਬਣ ਸਕਦਾ ਹੈ ਔਰ ਭਗਵੰਤ ਮਾਨ ਮਜਬੂਰ ਹੋਇਆ ਉਹਨੇ ਕਿਹਾ ਜੀ ਅਸੀਂ ਇਹਨੂੰ ਖਤਮ ਕਰ ਰਹੇ ਹਾਂ. ਪੰਜਾਬ 'ਚ ਅਮਿਤ ਸ਼ਾਹ ਔਰ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਇਸਤੇਮਾਲ ਕੀਤਾ ਹੈ ਕਾਂਗਰਸ ਦਾ ਬੇੜਾ ਗਰਕ ਕਰਨ ਦੇ ਲਈ ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਵੀ ਕਿਵੇਂ ਫਿਰ ਜਿਹੜੀ RSS ਦੀ B ਟੀਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਵਾ ਦਿੱਤੀ. ਇਹ ਵੀ ਖਬਰਾਂ 'ਚ ਹੈ ਕਿ ਕੈਪਟਨ ਅਮਰਿੰਦਰ ਕਿਉਂਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ ਇਹਦਾ ਨਾਂ ਵੀ ਉਹਨਾਂ ਨੇ ਮੀਡੀਆ 'ਚ ਚਲਾ ਦਿੱਤਾ ਹੈ ਵੀ ਹੋ ਸਕਦਾ ਹੈ ਕੈਪਟਨ ਅਮਰਿੰਦਰ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਉਹ ਬਣਾ ਦੇਣ. दर्शकों ब्रेक तो बाद थोड़ा सब का भरपूर स्वागत है. सो व्यूअर्स गलबात करन जा रहे हैं कि सियासी तौर पर मुर्दा हो चुके बीजेपी के दुमशल्ले कैप्टन अमरिंदर ने मत्तेवाड़ा प्रोजैक्ट नूं पंजाब सरकार वालों रद्द करने के फैसले ते नुकताचीनी करदिआं इस नूं काम अकल वाला ते पिछा खिच्चू फैसला दस्सिया है. सो कैप्टन अमरिंदर के इस बयान से यही कहना बनता है कि मुर्दा बोले कफन फाड़े. सो इस बारे आप गलबात करन जा रहे हैं. सो असीं चाहांगे कि तुसीं इसी तरह बने रहना देखण सुनने लिखण लई तुहाडा सब दा बहुत बहुत धन्नवाद जी. डॉक्टर साहब की कहना चाहोगे? ਵੈਸੇ ਤਾਂ ਤੁਸੀਂ ਬਿਲਕੁਲ ਠੀਕ ਕਿਹਾ ਕਿ ਮੁਰਦਾ ਬੋਲੇ ਕਫਨ ਪਾੜੇ ਪਰ ਜਿਸ ਮੁਲਕ ਦੀ ਅਸੀਂ ਗੱਲ ਕਰ ਰਹੇ ਹਾਂ ਭਾਰਤ ਨਾਂ ਦਾ ਇੱਕ ਆਰਟੀਫਿਸ਼ੀਅਲ ਯੂਨੀਅਨ ਵਾਲਾ ਮੁਲਕ ਉੱਥੇ ਮੁਰਦਿਆਂ ਨੂੰ ਵੀ ਉਹ ਸ਼ਿੰਗਾਰ ਕੇ ਇਸ ਢੰਗ ਦੇ ਨਾਲ ਕਈ ਵਾਰ ਇਸਤੇਮਾਲ ਕਰਦੇ ਨੇ ਕਿ ਜਿਉਂਦਿਆਂ ਦੀ ਆਵਾਜ਼ ਦਫਨਾ ਦਿੱਤੀ ਜਾਂਦੀ ਹੈ ਤੇ ਮੁਰਦਿਆਂ ਦੀ ਕਫਨ ਪਾੜਨ ਦੀ ਆਵਾਜ਼ ਹੀ ਉਸ ਨੂੰ ਸ਼ਾਸਤਰੀ ਸੰਗੀਤ ਬਣਾ ਕੇ ਪ੍ਰੈਜ਼ੈਂਟ ਕੀਤਾ ਜਾਂਦਾ. ਹੁਣ ਉਹ ਕੈਪਟਨ ਅਮਰਿੰਦਰ ਜਿਹਨੇ ਦੋਹੀਂ ਹੱਥੀਂ ਪੰਜਾਬ ਨੂੰ ਲੁੱਟਵਾਇਆ ਹਿੰਦੂ ਤਵੀਆਂ ਤੋਂ ਜੇ ਕਾਂਗਰਸ ਨੇ ਉਹਨੂੰ ਅਖੀਰਲੇ ਉਹਦੀ ਟਰਮ ਦੇ ਅਖੀਰਲੇ 6 ਮਹੀਨਿਆਂ 'ਚ ਉਹਨੂੰ ਬਾਹਰ ਕੱਢਿਆ ਇਸ ਲਈ ਕਿਉਂਕਿ ਉਹਨਾਂ ਨੂੰ ਪਤਾ ਤਾਂ ਭਾਵੇਂ ਪਹਿਲਾਂ ਤੋਂ ਸੀ ਪਰ ਉਹ ਕੀ ਸੋਚਦੇ ਰਹੇ ਕਿ ਭਾਈ ਇਹ ਤਾਂ ਰਲਿਆ ਹੋਇਆ ਮੋਦੀ ਔਰ ਅਮਿਤ ਸ਼ਾਹ ਦੇ ਨਾਲ ਇਹ ਤਾਂ ਅਜੀਤ ਡੋਵਲ ਦਾ ਯਾਰ ਇਹਦਾ ਮੁੰਡਾ ਔਰ ਅਜੀਤ ਡੋਵਲ ਦਾ ਮੁੰਡਾ ਬਿਜ਼ਨਸ ਪਾਰਟਨਰ ਵੀ ਇਹ ਤਾਂ ਪਾਲਿਸੀਆਂ ਹੀ ਉਹਨਾਂ ਦੀਆਂ ਲਾਗੂ ਕਰ ਰਿਹਾ ਔਰ ਕਾਂਗਰਸ ਦੀਆਂ ਅੰਦਰੋਂ ਅੰਦਰ ਜੜ੍ਹਾਂ ਵੱਢ ਰਿਹਾ ਔਰ ਉਹੀ ਸਾਹਮਣੇ ਆਇਆ. ਔਰ ਜਦੋਂ ਐਨ ਇਹਨੂੰ ਕੱਢਿਆ ਇਹਨੇ ਕਿਵੇਂ BJP ਦੇ ਨਾਲ ਮਿਲ ਕੇ ਆਪਣੀ ਕੋਈ ਨਾਮ ਨਿਹਾਦ ਜਿਹੀ ਪਾਰਟੀ ਬਣਾ ਕੇ ਪੰਜਾਬ ਦੇ ਵਿੱਚ ਬੇਸ਼ੱਕ ਜ਼ਮਾਨਤ ਦੀ ਆਪਣੀ ਵੀ ਜ਼ਬਤ ਹੋਈ ਬਾਕੀਆਂ ਦੇ ਤਾਂ ਜਿਹੜੀ ਹੋਈ ਕਈਆਂ ਦੇ ਤਾਂ ਬਕਸਿਆਂ 'ਚੋਂ 100 ਵੋਟ ਵੀ ਨਹੀਂ ਨਿਕਲੀ ਇਹਦੇ ਉਮੀਦਵਾਰਾਂ ਦੇ ਲੇਕਿਨ ਜਿਹੜਾ ਪ੍ਰੋਜੈਕਟ ਨੂੰ ਦਿੱਤਾ ਸੀ ਕਿਉਂਕਿ BJP ਇਹ ਸਮਝਦੀ ਹੈ ਔਰ ਇਹ ਉਹਨਾਂ ਦੇ ਹੋਰ ਵੀ ਜਿਹੜੇ ਨੇ ਐਕਸਪਰਟ ਉਹ ਕਹਿੰਦੇ ਨੇ ਕਿ ਸਾਨੂੰ ਉਦੋਂ ਤੱਕ ਜਦੋਂ ਤੱਕ ਕਾਂਗਰਸ ਹਰ ਸਟੇਟ 'ਚੋਂ ਟੋਟਲੀ ਦਾ ਸਫਾਇਆ ਨਹੀਂ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਖੇਤਰੀ ਪਾਰਟੀਆਂ ਨੂੰ ਮੈਟਰ ਕਿੰਨੀਆਂ ਪਾਵਰਫੁਲ ਹੋਣ ਉਹਨੂੰ ਜਦੋਂ ਮਰਜ਼ੀ ਆ ਜੋ ਸ਼ਿਵ ਸੈਨਾ ਦਾ ਹਾਲ ਕੀਤਾ ਹੁਣ ਸ਼ਿਵ ਸੈਨਾ ਤੋਂ ਵੱਧ ਕੇ ਤਾਂ ਗੁੰਡਿਆਂ ਦੀ ਹੋਰ ਕੋਈ ਪਾਰਟੀ ਇਹ ਮੈਚਿੰਗ ਗੁੰਡੇ ਸੀ ਹਿੰਦੂ ਤੋਂ ਵੀ ਗੁੰਡੇ ਔਰ ਸ਼ਿਵ ਸੈਨਾ ਦੇ ਗੁੰਡੇ ਔਰ ਜੋ ਹਾਲ ਉद्धਵ ਠਾਕਰੇ ਦਾ ਕੀਤਾ ਜਿਵੇਂ ਉਹਦੇ ਹੀ ਲਗਭਗ ਅੱਧਿਓਂ ਜ਼ਿਆਦਾ ਜਿਹੜੇ ਮੈਂਬਰ ਨੇ ਉਹਦੇ ਥੱਲਿਓਂ ਖਿੱਚ ਲਏ ਹਕੂਮਤ ਹੀ ਜਿਹੜੀ ਆ ਉਹਦੀ ਤੋੜ ਕੇ ਆਪਣੀ ਸਪੋਰਟ ਨਾਲ ਉਹਨਾਂ ਦੀ ਹਕੂਮਤ ਬਣਾ ਦਿੱਤੀ ਔਰ ਹਾਲਾਤ ਇਹ ਕ੍ਰੀਏਟ ਕਰ ਦਿੱਤੇ ਕਿ ਇਕੱਲਾ ਇਹੀ ਨਹੀਂ ਕਿ ਮਹਾਰਾਸ਼ਟਰ ਦੇ ਵਿੱਚ ਹਕੂਮਤ ਗਈ ਜਿਹੜੇ ਉਹਨਾਂ ਦੇ MP ਨੇ ਅੱਜ ਹੀ ਉਹਨਾਂ ਨੇ ਫੈਸਲਾ ਲਿਆ ਪਾਰਟੀ ਨੇ ਕਿ ਜਿਹੜੀ BJP ਦੇ ਉਮੀਦਵਾਰ ਪ੍ਰੈਜ਼ੀਡੈਂਟ ਰੇਸ ਦੇ ਲਈ ਖੜੀ ਕੀਤੀ ਹੈ ਉਹਦਾ ਜੇ ਨਾਮ ਵੀ ਮੇਰੇ ਮੂੰਹ ਤੇ ਨਹੀਂ ਚੜਿਆ ਹੈ ਟ੍ਰਾਈਬਲ ਵੂਮਨ ਹੈ ਆਦੀਵਾਸੀਆਂ 'ਚੋਂ ਆਉਣ ਵਾਲੀ ਉਹਨੂੰ ਅਸੀਂ ਵੋਟਾਂ ਪਾਵਾਂਗੇ. ਹੁਣ ਜਿਹੜਾ ਕੈਂਡੀਡੇਟ ਯਸ਼ਵੰਤ ਸਿਨਹਾ ਜਿਹੜਾ ਬੇਸ਼ੱਕ BJP ਦੀ ਵਾਜਪਾਈ ਸਰਕਾਰ ਵੇਲੇ ਫੋਰਨ ਮਿਨਿਸਟਰ ਵੀ ਸੀ ਫਾਈਨੈਂਸ ਮਿਨਿਸਟਰ ਵੀ ਸੀ ਔਰ ਉਹਨੂੰ ਆਪੋਜੀਸ਼ਨ ਨੇ ਜਿਹਦੀ ਲੀਡ ਮਮਤਾ ਬੈਨਰਜੀ ਨੇ ਲਈ ਔਰ ਸ਼ਿਵ ਸੈਨਾ ਔਰ ਦੂਜੇ ਤੀਜੇ ਸਾਰੇ ਹੀ ਕਾਂਗਰਸ ਉਹਨਾਂ ਨੇ ਕਿਹਾ ਔਰ ਹਾਲਾਤ ਇਹ ਸੀ ਕਿ ਇਸ ਗੱਲ ਦੇ ਚਾਂਸਸ ਸੀ
ਕਿ ਇਹਨਾਂ ਦੀ ਕੈਂਡੀਡੇਟ ਜਿਹੜੀ ਆ ਉਹ ਹਾਰ ਸਕਦੀ ਹੈ। ਯਸ਼ਵੰਤ ਸਿੰਘ 50% ਵੋਟਾਂ ਜਿਹੜੀਆਂ ਨੇ, ਲੇਕਿਨ ਕਿਵੇਂ ਬੀਜੇਪੀ ਨੇ ਰੀਜਨਲ ਪਾਰਟੀਆਂ ਨੂੰ ਜਿਹੜਾ ਹੈ ਉਹ ਬਾਂਹ ਮਰੋੜੀ ਉਹਨਾਂ ਦੀ ਸਪੋਰਟ ਲੈਣ ਲਈ, ਕਿਉਂਕਿ ਉੜੀਸਾ ਦੇ ਵਿੱਚ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ ਉਹਦੀ ਰੀਜਨਲ ਪਾਰਟੀ ਹੈ। ਉਹਨਾਂ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਜੀ ਅਸੀਂ ਜਿਹੜੀ ਬੀਜੇਪੀ ਨੇ ਨੋਮੀਨੇਟ ਕੀਤੀ ਹੈ ਟਰਾਈਬਲ ਵੂਮਨ, ਉਹਦੀ ਹਮਾਇਤ ਕਰਾਂਗੇ। ਸ਼ਿਵ ਸੈਨਾ ਦਾ ਤਾਂ ਕੰਮ ਉਹਨਾਂ ਨੇ ਉਹਦੀ ਸਰਕਾਰ ਤੋੜ ਦਿੱਤੀ, ਔਰ ਅੱਜ ਸ਼ਿਵ ਸੈਨਾ ਨੇ ਵੀ ਇਹ ਲਿਆ ਜੀ ਕਿਉਂਕਿ ਅਸੀਂ ਹਮੇਸ਼ਾ ਔਰਤਾਂ ਦੀ ਨੂੰ ਸਿਆਸਤ 'ਚ ਜਿਹੜਾ ਉਹ ਪਜ਼ੀਰਾਈ ਮਿਲੇ ਉਹਦੇ ਹਮਾਇਤੀ ਹੈ, ਔਰ ਟਰਾਈਬਲ ਲੋਕਾਂ ਦੇ ਅਸੀਂ ਹੁਣੇ ਟਰਾਈਬਲ ਵੂਮਨ ਅੱਜ ਸ਼ਿਵ ਸੈਨਾ ਦੇ ਐਮਪੀਆਂ ਨੇ ਜਿਨ੍ਹਾਂ ਦੀ ਸਰਕਾਰ ਉਹ ਵੀ ਫੈਸਲਾ ਲਿਆ ਕਿ ਜੀ ਅਸੀਂ ਇਹਦੀ ਹਮਾਇਤ ਕਰਾਂਗੇ। ਅਕਾਲੀਆਂ ਦੇ ਪੱਲੇ ਭਾਵੇਂ 3 ਸੀਟਾਂ ਨੇ, ਲੇਕਿਨ ਬਾਦਲ ਅਕਾਲੀ ਦਲ ਕਹਿਣ ਨੂੰ ਬਾਹਰੋਂ ਜੋ ਮਰਜ਼ੀ ਕਹਿਣ, ਉਹਨਾਂ ਨੇ ਵੀ ਐਲਾਨ ਕੀਤਾ ਅਸੀਂ ਬੀਜੇਪੀ ਦੀ ਉਮੀਦਵਾਰ ਦਾ ਹਮਾਇਤ ਕਰਾਂਗੇ। ਮਮਤਾ ਬੈਨਰਜੀ ਜਿਹੜੀ ਮੁੱਢਲੇ ਤੌਰ ਦੇ ਉੱਤੇ ਯਸ਼ਵੰਤ ਸਿਨਹਾ ਤੱਕ ਪਹੁੰਚ ਕਰਕੇ ਜਾਂ ਆਪੋਜੀਸ਼ਨ ਇਕੱਠੀ ਹੋ ਕੇ ਕਰੇਗੀ, ਉਹਨੇ ਵੀ ਅੱਜ ਕਿਹਾ ਕਿ ਜੀ ਜੇ ਸਾਨੂੰ ਹੁੰਦਾ ਹੈ ਕਿ ਜੀ ਬੀਜੇਪੀ ਨੇ ਕੈਂਡੀਡੇਟ ਆਪਣਾ ਪਹਿਲਾਂ ਡਿਕਲੇਅਰ ਕੀਤਾ ਹੁੰਦਾ ਤੇ ਅਸੀਂ ਜ਼ਰੂਰ ਟਰਾਈਬਲ ਦੀ ਹਮਾਇਤ ਕਰਦੇ, ਅਜੇ ਵੀ ਅਸੀਂ ਦੇਖਦੇ ਹਾਂ ਕੀ ਹੈ। ਸੋ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਉਹ ਆਪਣੀ ਪਾਰਟੀ ਵਾਲਿਆਂ ਨੂੰ ਕਹੇ ਜੀ ਜ਼ਮੀਰ ਦੀ ਆਵਾਜ਼ ਤੇ ਵੋਟ ਕਰੋ ਜਾਂ ਫਾਈਨਲੀ ਉਹਦੇ ਹੱਕ 'ਚ ਭੁਗਤਾ ਦੇ। ਹੁਣ ਇਹ ਬੀਜੇਪੀ ਦੀ ਕਿਸੇ ਦੇ ਉੱਤੇ ਈਡੀ ਵਾਲਿਆਂ ਦਾ ਰੇਡ ਕਰਾ ਦਿਓ, ਸੀਬੀਆਈ ਦਾ ਕਰਾ ਦਿਓ, ਬਾਂਹ ਮਰੋੜੋ, ਐਮਐਲਏ ਖਰੀਦੋ, ਇੱਧਰ ਕਰੋ। ਸੋ ਉਹ ਸਮਝਦੇ ਨੇ ਵੀ ਰੀਜਨਲ ਪਾਰਟੀਆਂ ਦੀ ਕੋਈ ਹੋਂਦ ਨਹੀਂ ਹੈ, ਉਹਨਾਂ ਨੂੰ ਜਦੋਂ ਮਰਜ਼ੀ ਉਹ ਜਿਹੜੇ ਨੇ ਬੁਲਡੋਜ਼ ਕਰ ਸਕਦੇ ਨੇ। ਪਰ ਕਾਂਗਰਸ ਇਹਦੇ ਬਾਵਜੂਦ ਕਿ ਸਾਡੇ ਲਈ ਜੇ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤੇ ਬੀਜੇਪੀ, ਕਾਂਗਰਸ, ਆਮ ਆਦਮੀ ਪਾਰਟੀ ਇਹ ਸਾਰੇ ਹੀ ਜਿਹੜੀਆਂ ਨੇ ਆਰਐਸਐਸ ਦੀਆਂ ABC ਟੀਮਾਂ ਨੇ, ਸਾਨੂੰ ਫਰਕ ਨਹੀਂ ਪੈਂਦਾ। ਲੇਕਿਨ ਮੈਂ ਇੱਕ ਇਸ ਇਸ਼ੂ ਨੂੰ ਅੰਡਰਸਟੈਂਡ ਕਰਾਉਣ ਦੇ ਲਈ ਇਹ ਦੱਸਣਾ ਚਾਹੁੰਦਾ ਕਿ ਕਿਵੇਂ ਉਹਨਾਂ ਨੇ ਸਿਸਟੇਮੈਟਿਕਲੀ ਜਿਹੜੀਆਂ 2-3 ਸਟੇਟਾਂ ਜਿਨ੍ਹਾਂ ਦੇ ਵਿੱਚ ਬੀਜੇਪੀ ਨੂੰ ਨਜ਼ਰ ਆਉਂਦਾ ਸੀ ਵੀ ਕਾਂਗਰਸ ਹੁਣ ਰਾਜਸਥਾਨ 'ਚ ਜੋ ਘਟਨਾਕ੍ਰਮ ਕਰਾਇਆ, ਉਦੈਪੁਰ ਦੀ ਵਾਇਲੈਂਸ ਔਰ ਉੱਥੇ ਹਿੰਦੂ ਮੁਸਲਮਾਨ ਇਸ਼ੂ ਬਣਾਉਣ ਦਾ, ਮੈਨੂੰ ਲੱਗਦਾ ਵੀ ਆਉਣ ਵਾਲੇ ਪੀਰੀਅਡ 'ਚ ਰਾਜਸਥਾਨ 'ਚ ਕਾਂਗਰਸ ਦੀ ਹਕੂਮਤ ਨਹੀਂ ਰਹੇਗੀ। ਪੰਜਾਬ 'ਚ ਅਮਿਤ ਸ਼ਾਹ ਔਰ ਮੋਦੀ ਨੇ ਕੈਪਟਨ ਅਮਰਿੰਦਰ ਨੂੰ ਇਸਤੇਮਾਲ ਕੀਤਾ ਹੈ ਕਾਂਗਰਸ ਦਾ ਬੇੜਾ ਗਰਕ ਕਰਨ ਦੇ ਲਈ, ਔਰ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਵੀ ਕਿਵੇਂ ਫਿਰ ਜਿਹੜੀ ਆਰਐਸਐਸ ਦੀ B ਟੀਮ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਵਾ ਦਿੱਤੀ। ਲੇਕਿਨ ਜਿਸ ਬੰਦੇ ਨੂੰ ਤੁਸੀਂ ਵਰਤ ਲਿਆ, ਇਹ ਵੀ ਖਬਰਾਂ 'ਚ ਹੈ ਕਿ ਕੈਪਟਨ ਅਮਰਿੰਦਰ, ਕਿਉਂਕਿ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ, ਇਹਦਾ ਨਾਂ ਵੀ ਉਹਨਾਂ ਨੇ ਮੀਡੀਆ 'ਚ ਚਲਾ ਦਿੱਤਾ ਹੈ ਵੀ ਹੋ ਸਕਦਾ ਹੈ ਕੈਪਟਨ ਅਮਰਿੰਦਰ ਨੂੰ ਐਜ਼ ਏ ਵਾਈਸ ਪ੍ਰੈਜ਼ੀਡੈਂਟ ਉਹ ਬਣਾ ਦੇਣ। ਸੋ ਉਹਦੇ ਥੱਲੇ ਹਾਲਾਂ ਇੰਗਲੈਂਡ ਦੇ ਵਿੱਚ ਪੁੱਠਾ ਹੋਇਆ ਸੀ ਜੀ, ਆਪਰੇਸ਼ਨ ਹੋਇਆ ਬੈਕ ਦਾ ਕਿ ਕੀ ਹੈ ਉੱਥੇ, ਉੱਥੋਂ ਦੀ ਤਸਵੀਰ ਸੀ। ਪਰ ਹੁਣ ਅਚਾਨਕ ਚੰਡੀਗੜ੍ਹ ਡੇਟ ਲਾਈਨ ਨਾਲ ਖਬਰ ਲੱਗਦੀ ਹੈ, ਕਿਉਂਕਿ ਮੱਤੇਵਾੜਾ ਜਿਹੜਾ ਟੈਕਸਟਾਈਲ ਪ੍ਰੋਜੈਕਟ ਦੀ ਅਸੀਂ ਗੱਲ ਕੀਤੀ ਸੀ ਕਿ ਕਿਵੇਂ ਅਮਰਿੰਦਰ ਨੇ ਉਹਦੇ 'ਚ ਵੀ ਪੈਸੇ ਖਾਦੇ ਹੋਣਗੇ ਅਮਿਤ ਸ਼ਾਹ ਦੇ ਔਰ ਦੂਜੇ ਅਜੀਤ ਡੋਵਲ ਨਾਲ ਰਲ ਕੇ, ਜੋ ਵੀ ਇਹਦੇ ਵੇਲੇ ਹੀ ਅਪਰੂਵ ਹੋਇਆ, ਅੱਗੇ ਤੁਰਿਆ। ਹਾਲਾਂ ਵਿਰੋਧ ਉਦੋਂ ਵੀ ਹੋਇਆ ਸੀ। ਹੁਣ ਭਗਵੰਤ ਮਾਨ, ਕਿਉਂਕਿ ਅਲਟੀਮੇਟਲੀ ਉਹੀ ਬੀਜੇਪੀ ਔਰ ਕੇਜਰੀਵਾਲ ਦਾ ਏਜੰਡਾ ਵੀ ਉਹੀ ਸੀ, ਔਰ ਉਹਨੇ ਵੀ ਅੱਗੋਂ ਅਪਰੂਵ ਕਰਤਾ। ਹਾਲਾਂ ਭਗਵੰਤ ਮਾਨ ਅਮਰਿੰਦਰ ਦੇ ਵੇਲੇ ਆਪੋਜੀਸ਼ਨ 'ਚ ਬੈਠਾ ਸੀ, ਜਾ ਕੇ ਉੱਥੇ ਜਿਹੜੇ ਵਿਰੋਧ ਪ੍ਰਦਰਸ਼ਨ ਹੋਏ, ਲੇਕਿਨ ਇੰਨਾ ਕੁ ਦਬਾਅ ਬਣ ਗਿਆ, ਲੋਕ ਇਕੱਠੇ ਹੋਏ ਔਰ ਉਹਨਾਂ ਨੂੰ ਲੱਗਾ ਵੀ ਇਹ ਤਾਂ ਇਸ਼ੂ ਬਣ ਸਕਦਾ ਹੈ, ਔਰ ਭਗਵੰਤ ਮਾਨ ਮਜਬੂਰ ਹੋਇਆ। ਉਹਨੇ ਕਿਹਾ ਜੀ ਅਸੀਂ ਇਹਨੂੰ ਖਤਮ ਕਰ ਰਹੇ ਹਾਂ, ਭਵਿੱਖ 'ਚ ਵੀ ਕੋਈ ਵੀ ਜਿਹੜਾ ਇੰਡਸਟਰੀ ਐਸੀ ਜਿਹੜੀ ਪਾਣੀ ਨੂੰ ਗੰਦਲਾ ਕਰੇ ਉਹ ਅਸੀਂ ਬਿਲਕੁਲ ਨਹੀਂ ਹੋਣ ਦਿਆਂਗੇ। ਹੁਣ ਇਸ ਨਾਲ ਕਿੰਨਾ ਜੁੜਿਆ ਹੋਇਆ, ਕਿੰਨੇ 100 ਏਕੜ, 1000 ਏਕੜ ਕੇ ਕਿੰਨੀ ਜ਼ਮੀਨ ਇਹਨਾਂ ਨੇ ਐਕਵਾਇਰ ਕੀਤੀ ਪਿੰਡਾਂ ਤੋਂ, ਕਿਨੇ ਉਹਦੇ 'ਚ ਪੈਸੇ ਖਾਦੇ, ਕਿਨੇ ਅਜੇ ਖਾਣੇ ਸੀ। ਹੁਣ ਇਹ ਜਿਹੜਾ ਸਿਆਸੀ ਮੁਰਦਾ ਹੈ, ਕਬਰ 'ਚੋਂ ਇਹਨੂੰ ਕੱਢਿਆ, ਕਫਨ 'ਚ ਲਪੇਟੇ ਤੇ ਮਾਈਕ ਦੇ ਸਾਹਮਣੇ ਖੜਾ ਕਰ ਦਿੱਤਾ। ਹੁਣ ਕਫਨ 'ਚ ਲਪੇਟਿਆ ਸਿਆਸੀ ਮੁਰਦਾ ਜਿਹੜਾ ਉਹ ਕੀ ਕਹਿ ਰਿਹਾ, ਉਹ ਖਬਰ ਹੈ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਹੈ ਡਿਸੀਜਨ ਆਫ ਸਕ੍ਰੈਪਿੰਗ ਮੱਤੇਵਾੜਾ ਟੈਕਸਟਾਈਲ ਪ੍ਰੋਜੈਕਟ ਰਿਗਰੈਸਿਵ ਐਂਡ ਸ਼ਾਰਟ ਸਾਈਡਡ। ਹੁਣ ਜਿਹੜੀ ਚੀਜ਼ ਅੱਗੇ ਲਿਜਾਏ ਉਹਨੂੰ ਪ੍ਰੋਗਰੈਸਿਵ ਕਹਿੰਦੇ ਨੇ, ਜਿਹੜੀ ਪਿੱਛੇ ਨੂੰ ਲਿਆਏ ਉਹ ਰਿਗਰੈਸਿਵ, ਪਿਛਾਂ ਖਿੱਚੂ, ਔਰ ਸ਼ਾਰਟ ਸਾਈਡਡ ਮਤਲਬ ਅਕਲ ਦੀ ਕਮੀ। ਔਰ ਉਹਦੇ 'ਚੋਂ ਕਹਿੰਦਾ ਜੀ ਦੇਖੋ ਇਹ ਤਾਂ ਐਵੇਂ ਰੌਲਾ ਪਾਤਾ ਉਹਨਾਂ ਨੇ ਔਰ ਇਹ ਬਿਲਕੁਲ ਗਲਤ ਫੈਸਲਾ ਲਿਆ। ਇਹ ਤਾਂ ਉਹਨੇ ਕਿਹਾ ਕਿ ਵੀ ਜਿਹੜਾ ਇਹ ਯੂ ਡੋਂਟ ਥਰੋ ਅਵੇ ਦਾ ਬੇਬੀ ਵਿਦ ਦਾ ਬਾਥ ਵਾਟਰ, ਕਿ ਜੀ ਉਹਦੇ ਕੰਸਰਨ ਜਿਹੜੇ ਸੀ ਉਹ ਤਾਂ ਹੈ, ਉਹ ਕੋਈ ਹੈ ਹੀ ਨਹੀਂ ਸੀ। ਅਸੀਂ ਪਹਿਲਾਂ ਹੀ ਜਿਹੜਾ ਹੀ ਡਿਸਕਲੋਜ਼ ਦੈਟ ਆਲ ਐਨਵਾਇਰਨਮੈਂਟਲ ਕੰਸਰਨਸ ਹੈਡ ਬੀਨ ਐਡਰੈਸਡ
ਅਕੋਰਡਿੰਗ ਟੂ ਯੂਨਾਈਟਿਡ ਨੇਸ਼ਨਸ ਗਾਈਡਲਾਈਨਸ। ਪਹਿਲਾਂ ਤੁਸੀਂ ਲੁਧਿਆਣੇ ਦੀ 5 ਸਾਲ ਤੋਂ ਚੀਫ ਮਿਨਿਸਟਰ ਰਹੇ, 4.5 ਸਾਲ। ਜੀ ਲੁਧਿਆਣੇ ਦੀ ਇੰਡਸਟਰੀ ਦਾ ਗੰਦ ਜਿਹੜਾ ਬੁੱਢਾ ਦਰਿਆ 'ਚ ਪੈਂਦਾ ਹੈ, ਸਤਲੁਜ ਦਾ ਪਾਣੀ ਕਿਸ ਹੱਦ ਤੱਕ ਗੰਦਾ ਹੈ, ਇਹ ਤਾਂ ਕਰਪਟ ਤੋਂ ਵੀ ਕਰਪਟ ਬੰਦਾ ਹੈ। ਇਹ ਬਦ ਇਖਲਾਕ, ਬਦ ਕਲਾਮ, ਬਦ ਈਮਾਨ, ਇਹ ਜਿੰਨੇ ਅਸੀਂ ਵਿਸ਼ੇਸ਼ਣ ਇਹਦੇ ਨਾਲ ਲਾਉਂਦੇ ਉਹ ਵੀ ਥੋੜੇ ਹੁੰਦੇ ਨੇ। ਹੁਣ ਇਸ ਨੂੰ ਇਹ ਲੱਗਦਾ ਹੈ ਕਿਉਂਕਿ ਇਹਦੇ ਨਾਲ ਇਹੀ ਜਿਹਨੂੰ ਕਹਿੰਦੇ ਨੇ ਕਿ ਵੀ ਅੰਦਰਲਾ ਭੇਤੀ ਹੈ ਕਿ ਕਿਹਨੂੰ ਕੀ ਦਿੱਤਾ ਹੋਇਆ ਇਹ। ਔਰ ਹੋਇਆ ਇਹ ਜੀ, ਸੈਂਟਰ ਨੇ 7 ਜਿਹੜੇ ਨੇ ਇਸ ਕਿਸਮ ਦੇ ਟੈਕਸਟਾਈਲ ਜਿਹੜੇ ਨੇ ਇੰਡਸਟਰੀਅਲ ਟੈਕਸਟਾਈਲ ਜਿਹੜੇ ਨੇ ਪ੍ਰੋਜੈਕਟ, ਉਹਨਾਂ 'ਚ ਇੱਕ ਪੰਜਾਬ ਨੂੰ ਦਿੱਤਾ ਹੈ। ਔਰ ਇਹਨੂੰ ਇਹ ਤਕਲੀਫ ਹੈ ਕਿ ਭਾਈ ਇਹ ਜੋ ਖਾ ਪਿਆ ਕੇ ਬਣਾਇਆ ਹੋਇਆ ਸੀ ਉਹ, ਔਰ ਉਹਦੇ 'ਚ ਕਹਿ ਇਹ ਰਿਹਾ ਵਿਦ ਸੱਚ ਐਨ ਅਪਰੋਚ no industrialization can take place in Punjab which is already scarce of land। ਪੰਜਾਬ ਤਾਂ ਕੋਈ ਅੱਗੇ ਤੂੰ ਕਿਹੜੀ ਇੰਡਸਟਰੀ ਲਾਇਆ ਪੰਜਾਬ 'ਚ? ਬਿਲਕੁਲ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਹੈ ਉਹਦੇ ਕਿੰਨੇ ਉਹਦੇ 'ਚ ਤੁਸੀਂ ਵਾਧਾ ਕੀਤਾ ਹੈ। ਜੀ when Punjab is reeling under such financial crisis and investments are not coming, such a regressive decision will further discourage the industry from coming here। ਸੋ ਮਤਲਬ ਇਹਨਾਂ ਨੇ ਪੰਜਾਬ ਵੇਚਣਾ ਲਾਇਆ ਹੋਇਆ। ਪਿੰਡਾਂ ਦੇ ਪਿੰਡ ਜਿਹੜੇ ਨੇ ਐਸੇ ਵੀ ਸੰਗਰੂਰ ਔਰ ਉਸ ਬੈਲਟ ਦੇ ਪਿੰਡ ਸੀ, ਜਿਹੜੇ ਪਿੰਡ ਵਾਲਿਆਂ ਨੇ ਲਿਖ ਕੇ ਲਾਇਆ ਹੋਇਆ ਕਿ ਇਹ ਔਨ ਸੇਲ ਹੈ। ਤੇ ਇਹਨੂੰ ਇਹ ਫਿਕਰ ਇਹ ਹਿੰਦੂ ਤਵੀ ਕਾਰਖਾਨੇਦਾਰਾਂ ਦਾ ਹੈ ਕਿ ਜੀ ਉਹਨਾਂ ਦੇ ਪੈਸੇ ਨਹੀਂ ਬਣਨਗੇ ਜਿਹੜੇ ਇਹਨਾਂ ਨੇ ਜੋ ਵੀ ਡੀਲ ਬਣਾਈ ਹੋਈ ਸੀ। ਸੋ ਅਸੀਂ ਸਮਝਦੇ ਹਾਂ ਵੀ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਜਿਹੜੇ ਸਿਆਸੀ ਮੁਰਦੇ ਨੇ ਉਹਨਾਂ ਨੂੰ ਹੋਰ ਵੀ ਜਿਹੜਾ ਕੰਮਾਂ ਲਈ ਵਰਤਿਆ ਜਾਏਗਾ। ਇਹ ਉਹੀ ਨਸਲ ਹੈ ਜਿਹੜੀ ਬਿਲਕੁਲ ਜਿਨ੍ਹਾਂ ਨੇ ਦੁਨੀਆ ਤੋਂ ਜਿਹੜਾ ਉਹ ਜਾਣਾ ਤਾਂ ਜ਼ਲੀਲ ਹੋ ਕੇ ਹੀ ਹੈ, ਪਰ ਇਹ ਜਿਹੜੀ ਜ਼ਲਾਲਤ ਨਾਲ ਭਰੇ ਹੋਏ ਲੋਕ ਹੁੰਦੇ ਨੇ ਇਹਨਾਂ 'ਚ ਕੋਈ ਸ਼ਰਮ ਨਾ ਦੇ ਤਾਂ ਕੋਈ ਚੀਜ਼ ਹੀ ਨਹੀਂ ਹੁੰਦੀ। ਇਹਦਾ ਨਾਂ ਜਿਹੜਾ ਹੈ ਉਹ ਜ਼ਲੀਲ ਸਿੰਘ ਰੱਖਣਾ ਬਿਹਤਰ ਹੈ। ਮਾਪਿਓ ਨੇ ਤਾਂ ਭਾਵੇਂ ਅਮਰਿੰਦਰ ਰੱਖਿਆ ਸੀ, ਪਰ ਹੈ ਇਹ ਜ਼ਲੀਲਾਂ। ਪਿਓ ਵੀ ਇਹਨਾਂ ਦਾ ਦਾਦਾ ਵੀ ਇਹੀ ਕੰਮ ਕਰਦੇ ਰਹੇ ਨੇ। ਇਹ ਜ਼ਲੀਲਾਂ ਦੇ ਸਰਦਾਰ ਨੇ ਪਟਿਆਲੇ ਵਾਲੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।